15ਵੀਂ ਅਸ਼ਟਪਦੀ ਦੇ ਤੀਸਰੇ ਪਦੇ ਤੱਕ ਦੀ ਉਚਾਰਨ ਅਤੇ ਵਿਚਾਰ ਦੀ ਸਾਂਝ ਆਪਸ ਵਿੱਚ ਕੀਤੀ ਸੀ, ਜਿਹਦੇ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਮੈਨੂੰ ਅਤੇ ਤੁਹਾਨੂੰ ਇਹਨਾਂ ਪੰਕਤੀਆਂ ਰਾਹੀਂ ਉਹਨਾਂ ਗੁਰਮੁਖਾਂ, ਉਹਨਾਂ ਸੰਤਾਂ, ਉਹਨਾਂ ਭਗਤਾਂ, ਉਹਨਾਂ ਬਖਸ਼ਿਆ ਹੋਇਆਂ ਦੀ ਚਰਨ ਧੂੜ ਸੰਗਤ ਲੈਣ ਵਾਸਤੇ ਸਤਿਗੁਰੂ ਆਪ ਬਖਸ਼ਾਂ ਕਰਕੇ ਇਹ ਦਾਤ ਮੰਗ ਰਹੇ ਸਨ। ਤਿੰਨ ਸੰਤਨ ਕੀ ਬਾਂਛੋਂ ਧੂਰ, ਨਾਨਕ ਕੀ ਹਰ ਲੋਚਾ ਪੂਰ। ਆਓ ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਰਹਿਮਤ ਕਰਨ। ਸਤਿਗੁਰਾਂ ਦੀ ਪਾਵਨ ਬਾਣੀ ਦਾ ਇਸ ਅਸ਼ਟਪਦੀ ਦਾ ਚੌਥਾ ਪਦਾ ਆਰੰਭ ਕਰਨ ਤੋਂ ਪਹਿਲਾਂ ਆਪਣੇ ਆਪਣੇ ਪਾਵਨ ਪਵਿੱਤਰ ਸੀਸ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਸ਼ਰਧਾ ਸਹਿਤ ਝੁਕਾਓ ਅਤੇ ਪਿਆਰ ਸਹਿਤ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ। ਮਨ ਮੂਰਖ ਕਾਹੇ ਬਿਲ ਲਾਇਐ। ਪਾਤਸ਼ਾਹ ਜੀ ਮਨ ਨੂੰ ਸੰਬੋਧਨ ਕਰ ਰਹੇ ਨੇ ਤੇ ਪੁੱਛਣਾ ਪਏਗਾ ਗੁਰੂ ਕੋਲੋਂ, ਮਨ ਕਹਿੰਦੇ ਕਿਹਨੂੰ ਨੇ? ਪਹਿਲਾਂ ਸਮਝਣਾ ਪਏਗਾ ਮਨ ਕਿਸ ਨੂੰ ਕਹਿੰਦੇ ਨੇ, ਫਿਰ ਪਤਾ ਚੱਲਣਾ ਪਏਗਾ ਵੀ ਇਹ ਮੂਰਖ ਕਦੋਂ ਹੈ ਤੇ ਸਿਆਣਾ ਕਦੋਂ ਹੈ। ਯਾਦ ਰੱਖਣਾ, ਸੰਕਲਪ ਅਤੇ ਵਿਕਲਪ ਦੀ ਉਧੇੜ ਤੇ ਬੁਣ ਨੂੰ ਮਨ ਕਹਿੰਦੇ ਨੇ। ਕੁਝ ਉਧੇੜਦਾ ਹੈ, ਕੁਝ ਉਣਦਾ ਹੈ, ਇਹ ਮਨ ਦਾ ਕੰਮ ਹੈ। ਕੁਝ ਛੱਡਦਾ ਹੈ, ਕੁਝ ਪਕੜਦਾ ਹੈ, ਇਹ ਮਨ ਦਾ ਕੰਮ ਹੈ। ਇਸ ਦਾ ਨਾਮ ਹੀ ਮਨ ਹੈ। ਜਦੋਂ ਇਹ ਮਾੜਾ ਸੋਚਦਾ ਹੈ, ਮਾੜਾ ਪਕੜਦਾ ਹੈ, ਉਦੋਂ ਇਹ ਮੂਰਖ ਹੈ। ਜਦੋਂ ਇਹ ਚੰਗਾ ਸੋਚਦਾ ਹੈ, ਚੰਗਾ ਪਕੜਦਾ ਹੈ, ਉਦੋਂ ਇਹ ਗੁਰਮੁਖ ਹੈ। ਬਿੱਲੀ ਉਸੇ ਮੂੰਹ ਵਿੱਚ ਚੂਹੇ ਨੂੰ ਪਕੜਦੀ ਏ ਤੇ ਯਾਦ ਰੱਖਣਾ, ਪਹਿਲੇ ਝਟਕੇ ਵਿੱਚ ਝਟਕਾ ਦਿੰਦੀ ਏ, ਉਸੇ ਮੂੰਹ ਵਿੱਚ ਆਪਣੇ ਬੱਚੇ ਨੂੰ ਪਕੜਦੀ ਏ, ਦੰਦ ਵੀ ਨਹੀਂ ਲੱਗਣ ਦਿੰਦੀ। ਬਿੱਲੀ ਦਾ ਮੂੰਹ ਵੀ ਹੋਏ, ਦੰਦ ਵੀ ਹੋਏ, ਜੀਭ ਵੀ ਹੋਈ ਏ, ਪਰ ਕੇਵਲ ਤੇ ਕੇਵਲ ਪਕੜ ਵਿੱਚ ਫਰਕ ਹੈ। ਬਿਲਕੁਲ ਠੀਕ ਇਸੇ ਤਰ੍ਹਾਂ ਮਨ ਜਦੋਂ ਵਿਕਾਰ ਪਕੜਦਾ ਹੈ ਤੇ ਮੈਲਾ ਹੈ। ਗੁਰੂ ਸਾਹਿਬ ਨੇ ਇਸ ਦੇ ਦੋਨੋਂ ਰੂਪ ਗੁਰੂ ਗ੍ਰੰਥ ਸਾਹਿਬ ਵਿੱਚ ਬਖਸ਼ਿਸ਼ ਕੀਤੇ ਨੇ। ਇਹ ਮਨ ਸ਼ਕਤੀ, ਇਹ ਮਨ ਸੀਓ। ਸੀਓ ਕਹਿੰਦੇ ਨੇ ਪਰਮਾਤਮਾ ਨੂੰ, ਸ਼ਕਤੀ ਕਹਿੰਦੇ ਨੇ ਮਾਇਆ ਨੂੰ। ਗੁਰਦੇਵ ਕਹਿੰਦੇ ਨੇ ਜਦੋਂ ਇਹ ਮਨ ਮਾੜਾ ਸੋਚਦਾ ਹੈ ਉਦੋਂ ਇਹ ਮਾਇਆ ਦਾ ਰੂਪ ਬਣ ਜਾਂਦਾ ਹੈ, ਤੇ ਜਦੋਂ ਇਹ ਚੰਗਾ ਸੱਚ ਸੋਚਦਾ ਉਦੋਂ ਇਹ ਰੱਬ ਦਾ ਰੂਪ ਬਣ ਜਾਂਦਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੋ ਇਸ ਪਦੇ ਦੀ ਸ਼ੁਰੂਆਤ ਤੋਂ ਪਹਿਲਾਂ ਪੁੱਛਣਾ ਪਏਗਾ ਗੁਰੂ ਕੋਲੋਂ, ਸੱਚੇ ਪਾਤਸ਼ਾਹ ਮਨ ਹੈ ਕੀ? ਮੈਂ ਫਿਰ ਬੇਨਤੀ ਕਰ ਦੇਵਾਂ, ਸੰਕਲਪਾਂ, ਸ਼ੁਭ ਸੰਕਲਪਾਂ ਤੇ ਮਾੜੇ ਸੰਕਲਪਾਂ ਦੀ ਉਧੇੜ ਬੁਣ ਦਾ ਨਾਮ ਮਨ ਹੈ। ਇਹ ਚੰਗਾ ਉਣਨ ਲੱਗ ਪਏ ਤੇ ਮਨ ਚੰਗਾ ਹੈ, ਤੇ ਮਾੜਾ ਉਧੇੜਨ ਲੱਗ ਪਏ ਮਨ ਮਾੜਾ ਹੈ। ਸੰਕਲਪਾਂ ਅਤੇ ਵਿਕਲਪਾਂ ਦੀ ਉਧੇੜ ਤੇ ਬੁਣ ਦਾ ਨਾਮ ਮਨ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਮਨ ਦਾ ਮਾੜਾ ਪੱਖ ਵਿਚਾਰਿਆ ਤੇ ਆਖਿਆ, ਮਨ ਰੇ ਕੌਣ ਕੁਮਤ ਤੈਂ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੈ ਕੀਨੀ। ਇਹ ਮਨ ਦੀ ਡਾਰਕ ਸਾਈਡ ਹੈ। ਤੇ ਜਦੋਂ ਸਤਿਗੁਰੂ ਨੇ ਪੋਜ਼ਿਟਿਵ ਸਾਈਡ ਕੀ, ਇਹ ਮਨ ਪਿਆਰਿਆ ਹਾਉ ਕਰੇ। ਜਦੋਂ ਇਹ ਆਪਣੇ ਟਿਕਾਣੇ ਵਿੱਚ, ਆਪਣੇ ਸਰੂਪ ਵਿੱਚ ਆ ਜਾਂਦਾ ਹੈ, ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਹੈ, ਉਦੋਂ ਇਹ ਮਨ ਉਨਮਨ ਅਵਸਥਾ ਵਿੱਚ ਚਲਾ ਜਾਂਦਾ ਹੈ। ਤਾਂ ਗੁਰਦੇਵ ਜੀ ਮਨ ਨੂੰ ਮੂਰਖ ਕਹਿ ਰਹੇ ਨੇ।
ਕਿਉਂ ਕਿ ਗੁਰੂ ਦੀ ਗੱਲ ਨਹੀਂ ਮੰਨ ਰਿਹਾ। ਉਨਾ ਚਿਰ ਮਨ ਮੂਰਖ ਹੈ ਜਿੰਨਾ ਚਿਰ ਗੁਰੂ ਦੀ ਗੱਲ ਨਹੀਂ ਮੰਨਦਾ। ਜਿੱਦਣ ਗੁਰੂ ਦੀ ਗੱਲ ਮੰਨ ਜਾਏਗਾ, ਯਾਦ ਰੱਖਣਾ, ਉਦਣ ਗੁਰੂ ਦਾ ਰੂਪ ਹੀ ਹੋ ਜਾਏਗਾ। ਉਦਣ ਸਤਿਗੁਰੂ ਨੇ ਕਿਹਾ, ਮਨ ਤੂੰ ਜੋਤ ਸਰੂਪ ਹੈ। ਪਾਤਸ਼ਾਹ ਜੀ ਕਹਿ ਰਹੇ ਨੇ, ਮਨ ਮੂਰਖ ਕਾਹੇ ਬਿਲ ਲਾਈਏ। ਸਤਿਗੁਰੂ ਕਹਿੰਦੇ ਨੇ, ਬਿਲਕਦਾ ਕਿਉਂ ਹੈ, ਰੋਣਾ ਕਿਉਂ ਹੈ? ਤੂੰ ਆਪ ਹੀ ਤੇ ਜੋ ਕੁਝ ਕੀਤਾ ਉਹੀ ਤੇ ਹੁਣ ਭੁਗਤਣਾ ਪੈ ਰਿਹਾ, ਉਦੋਂ ਰੋਣਾ ਹੈ। ਇਹ ਕੀਤਾ ਹੋਇਆ ਤੇਰਾ ਹੀ ਹੈ ਜਿਹੜਾ ਤੂੰ ਭੁਗਤ ਰਿਹਾ ਹੈ, ਬਾਹਰੋਂ ਕੁਝ ਨਹੀਂ ਆਇਆ। ਪਰ ਜਦੋਂ ਤੂੰ ਵਿਕਾਰ ਕੀਤੇ ਸਨ ਉਦੋਂ ਤੇ ਨਹੀਂ ਸਰ ਹੁੰਦਾ। ਵਿਕਾਰਾਂ ਨੂੰ ਪਕੜਨ ਵੇਲੇ ਤੇ ਤੂੰ ਹੱਸਦਾ ਸੈਂ ਤੇ ਅੱਜ ਤੇ ਰੋਣਾ ਪੈ ਰਿਹਾ ਹੈ। ਵਿਸ਼ਿਆਂ ਨੂੰ ਪਕੜਨ ਵੇਲੇ ਤੇ ਤੂੰ ਬੜਾ ਖੁਸ਼ ਹੁੰਦਾ ਸੈਂ, ਪਰ ਅੱਜ ਹੁਣ ਰੋਣਾ ਪੈ ਰਿਹਾ ਹੈ। ਤਾਂ ਗੁਰੂ ਸਾਹਿਬ ਮੈਨੂੰ ਤੁਹਾਨੂੰ ਬਖਸ਼ਿਸ਼ ਕਰ ਰਹੇ ਨੇ, ਮਨ ਮੂਰਖ ਕਾਹੇ ਬਿਲ ਲਾਈਏ। ਹੁਣ ਕਿਉਂ ਰੋਣਾ ਹੈ? ਕਿਉਂ? ਗੁਰਦੇਵ ਨੇ ਅਗਲੀ ਪੰਕਤੀ ਚ ਆਖਿਆ, ਤੇਰੇ ਰੋਣ ਦਾ ਕਾਰਨ ਤੂੰ ਆਪ ਹੈ। ਮਾਂ ਦਾ ਬੱਚਾ ਰੋਂਦਾ ਹੋਵੇ, ਕਈ ਵਾਰੀ ਮਾਂ ਪੁੱਛ ਲੈਂਦੀ ਹੈ, ਕਿਉਂ ਰੋਣਾ? ਤੈਨੂੰ ਕਿਸੇ ਨੇ ਮਾਰਿਆ? ਤੇ ਜਦੋਂ ਕਿਸੇ ਨੇ ਮਾਰਿਆ ਹੋਵੇ ਤੇ ਫਿਰ ਮਾਂ ਭੱਜ ਕੇ ਉਹਨੂੰ ਉਲਾਮਾ ਦਿੰਦੀ ਹੈ ਜਾਂ ਉਸਦੇ ਬੱਚੇ ਨੂੰ ਮਾਰਦੀ, ਮੇਰੇ ਬੱਚੇ ਨੂੰ ਤੂੰ ਕਿਉਂ ਮਾਰਿਆ? ਪਰ ਜੇਕਰ ਬੱਚਾ ਕਹਿ ਦੇਵੇ, ਨਹੀਂ ਮੈਨੂੰ ਕਿਸੇ ਨੇ ਨਹੀਂ ਮਾਰਿਆ, ਮੈਂ ਆਪ ਹੀ ਡਿੱਗ ਪਿਆ ਵਾਂ ਤੇ ਰੋਣਾ ਵਾਂ, ਫਿਰ ਕਿਹਨੂੰ ਮਾਰੇਗੀ? ਬੜੀ ਸਾਦੀ ਜੀ ਗੱਲ ਹੈ ਨਾ, ਰੋਜ਼ ਦੀ ਮੇਰੀ ਤੁਹਾਡੀ ਗੱਲ ਹੈ। ਕਿਸੇ ਦਾ ਬੱਚਾ ਰੋ ਪਵੇ ਤੇ ਉਹਨੂੰ ਮਾਂ ਪੁੱਛਦੀ ਹੈ, ਤੈਨੂੰ ਕਿਹਨੇ ਮਾਰਿਆ? ਜੇ ਉਹ ਕਹਿ ਦੇਵੇ ਮੈਨੂੰ ਫਲਾਣੇ ਨੇ ਮਾਰਿਆ, ਫਿਰ ਉਹਦੇ ਪ੍ਰਤੀ ਨਫ਼ਰਤ ਵੀ ਹੋਏਗੀ। ਜੇ ਪੇਸ਼ ਜਾਏ ਤੇ ਉਹਨੂੰ ਮਾਰੇਗੀ ਵੀ। ਜੇ ਪੇਸ਼ ਨਾ ਮਾਰਨ ਤੱਕ ਦੀ ਜਾਏ, ਨਫ਼ਰਤ ਤੇ ਜ਼ਰੂਰੀ ਹੋਵੇਗੀ ਨਾ। ਮੇਰੇ ਬੱਚੇ ਨੂੰ ਕਿਉਂ ਮਾਰਿਆ? ਤੇ ਜੇਕਰ ਬੱਚਾ ਕਹਿ ਦੇਵੇ ਮੈਨੂੰ ਮਾਰਿਆ ਕਿਸੇ ਨੇ ਨਹੀਂ, ਮੈਂ ਤੇ ਆਪ ਡਿੱਗਿਆ ਵਾਂ ਤੇ ਰੋ ਰਿਹਾ, ਸੱਟ ਲੱਗੀ ਹੈ, ਫਿਰ ਕਿਹਨੂੰ ਮਾਰੇਗੀ? ਫਿਰ ਆਪਣੇ ਬੱਚੇ ਨੂੰ ਮਾਰੇਗੀ। ਤਾਂ ਗੁਰੂ ਸਾਹਿਬ, ਗੁਰੂ ਅਰਜਨ ਪਾਤਸ਼ਾਹ ਕਹਿ ਰਹੇ ਨੇ, ਮਨਾ ਤੂੰ ਕਿਉਂ ਰੋਣਾ ਹੈ? ਇਹ ਕੀਤਾ ਤੇ ਤੇਰਾ ਆਪਣਾ, ਤੂੰ ਆਪ ਮਾੜੇ ਕਰਮ ਕੀਤੇ, ਹੁਣ ਭੁਗਤਨੇ ਪਏ ਨੇ, ਹੁਣ ਰੋਣਾ ਹੈ ਤੇ ਕਿਹਨੂੰ ਮਾਰੇਗਾ? ਹੁਣ ਦੱਸ, ਫਿਰ ਕਿਹਨੂੰ ਮਾਰੇਗਾ? ਆਪਣੇ ਆਪ ਨੂੰ ਕੌਣ ਮਾਰੇਗਾ? ਤੇ ਗੁਰੂ ਸਾਹਿਬ ਕਹਿੰਦੇ, ਕਰਮ ਤੇ ਤੂੰ ਆਪ ਮਾੜੇ ਕੀਤੇ ਨੇ ਤੇ ਹੁਣ ਤੈਨੂੰ ਇਹ ਭੁਗਤਨੇ ਪੈ ਰਹੇ ਨੇ, ਤੇ ਫਿਰ ਮਾਰੇਗਾ ਕਿਹਨੂੰ? तो गुरु अर्जुन पातशाह जी कह रहे ने, मन मूर्ख काहे बिल लाइए, क्यों बिलकदा है, क्यों रोना है? ते गुरुदेव पिता अगली पंक्ति अंदर स्पष्ट कर रहे हैं, पूरब लिखे का लिखिया पाइए। सतगुरु कहते तू आप ही ते लिखिया ते आप ही कमाया ते आप ही ते रो रहा। हुण जदों तेनू कोई कहंदा सी मना तू शराब ना पी, शराब दा संकल्प ना लै, उदों तू मुड़दा नहीं सी, हुण घर उजड़ गया ते हुण रोना है। जदों तेनू कोई कहंदा सी भी मना अपना घर छड्ड के बगाने घर ना जा, बगानी स्त्री वल, बगाने रूप वल ना तक, बगाने बंदे वल ना तक, बगानी स्त्री वल तक, उदों नहीं सी तू मुड़दा ते अज हुण घर उजड़ गया, फिर हुण ते रोएंगा रोएंगा, होर की होएगा? जेकर तू बगाने घर चोरी कोई भी करेगा, फिर जेल ते होएगी होएगी, फिर पाप ते भुगतना ही पएगा। हो सकता है, माफ करना मैं बेनती करदे हां, सतगुरु ने मन नूं आख्या, मन पाप करदा है ते शरीर अपराध करदा है। ये गल याद रखना जिंदगी विच। अपराध दी सजा भाईचारा दे सकदा है, बरादरी दे सकदी है, कोई कचहरी दे सकदी है, कोई जज दे सकदा है, पर पाप दी सजा गुरु देंदा है। मन पाप करदा है, शरीर अपराध करदा है, तन अपराध करदा है, मन पाप करदा है। क्योंकि मन दा पाप हो सकता किसी को लुका के भी किया जाए, किसी को ना भी पता लगे, पर गुरु नूं ते पता है, परमेश्वर नूं ते पता है, उहदे कोलों कौन लुकाएगा? परमात्मा कोलों कौन लुकाएगा? वो ते अंदर बैठा है, तेरे मन की बिरती नूं पहले ही जानदा है। हर अंतरजामी सब भी जाने, तिसते कहाँ छुपाई है।
ਤਾਂ ਮੈਂ ਬੇਨਤੀ ਕਰਾਂ, ਤਨ ਅਪਰਾਧ ਕਰਦਾ ਹੈ। ਅਪਰਾਧ ਦੀ ਸਜ਼ਾ ਕੋਈ ਕਚਹਿਰੀ ਦਿੰਦੀ ਹੈ, ਕੋਈ ਬਰਾਦਰੀ ਦਿੰਦੀ ਹੈ, ਕੋਈ ਤਗੜਾ ਬੰਦਾ ਦੇ ਸਕਦਾ, ਕੋਈ ਜੱਜ ਦੇ ਸਕਦਾ, ਕੋਈ ਹਕੂਮਤ ਦੇ ਸਕਦੀ, ਕੋਈ ਪੁਲਿਸ ਦੇ ਸਕਦੀ ਹੈ, ਪਰ ਪਾਪ ਦੀ ਸਜ਼ਾ ਗੁਰੂ ਦਿੰਦਾ, ਪਰਮੇਸ਼ਰ ਦਿੰਦਾ। ਪਾਪ ਛੁਪਾਇਆ ਜਾ ਸਕਦਾ, ਅਪਰਾਧ ਫਿਰ ਛੁਪਦਾ ਨਹੀਂ। ਜਦੋਂ ਪਾਪ ਸਰੀਰ ਰਾਹੀਂ ਪ੍ਰਗਟ ਹੁੰਦਾ, ਅਪਰਾਧ ਬਣ ਜਾਂਦਾ। ਮਨ ਪਾਪ ਕਰਦਾ ਹੈ, ਤਨ ਅਪਰਾਧ ਕਰਦਾ ਹੈ। ਤੇ ਜਦੋਂ ਮਨ ਦਾ ਪਾਪ ਬਾਹਰ ਸਰੀਰ ਰਾਹੀਂ ਪ੍ਰਗਟ ਹੁੰਦਾ, ਅੱਖਾਂ ਰਾਹੀਂ ਪ੍ਰਗਟ ਹੋ ਜਾਏ, ਬਾਹਾਂ ਰਾਹੀਂ ਪ੍ਰਗਟ ਹੋ ਜਾਏ, ਕਿਸੇ ਵਿਸ਼ੇ ਰਾਹੀਂ ਪ੍ਰਗਟ ਹੋ ਜਾਏ, ਅਪਰਾਧ ਬਣ ਜਾਂਦਾ। ਤਾਂ ਗੁਰੂ ਸਾਹਿਬ ਨੇ ਤਾਂ ਹੀ ਮਨ ਨੂੰ ਮੂਰਖ ਆਖਿਆ ਪਹਿਲਾਂ। ਤੇ ਤਨ ਤੇ ਕਿਸੇ ਨੇ ਇੱਥੇ ਸਾੜ ਦਿੱਤਾ, ਕਿਸੇ ਨੇ ਕਬਰ ਵਿੱਚ ਦੱਬ ਦਿੱਤਾ, ਕਿਸੇ ਨੇ ਪਾਣੀ ਵਿੱਚ ਰੋੜ ਦਿੱਤਾ, ਪਰ ਮਨ ਬਹੁਤ ਦੂਰ ਤੱਕ ਪਾਪਾਂ ਦਾ ਭੋਗ ਭੋਗਦਾ ਹੈ, ਬਹੁਤ ਦੂਰ ਤੱਕ, ਕਈ ਜੂਨਾਂ ਤੱਕ। ਤਾਂ ਹੀ ਬਾਬਾ ਕਬੀਰ ਨੇ ਆਖਿਆ, ਤਨ ਛੁੱਟੈ ਮਨ ਕਹਾਂ ਸਮਾਈ। ਮਨ ਕਿੱਥੇ ਜਾਂਦਾ ਹੈ? ਇਹ ਮਨ ਹੀ ਹੈ ਜਿਹੜਾ ਕਰਮਾਂ ਮੁਤਾਬਕ ਹੋਰ ਅੱਗੋਂ ਜੂਨਾਂ ਵਿੱਚ ਭਟਕਦਾ ਹੈ। ਤਨ ਤੇ ਇੱਥੇ ਮੁੱਕ ਗਿਆ। ਕਿਸੇ ਨੇ ਅੱਗ ਵਿੱਚ ਸਾੜ ਦਿੱਤਾ, ਕਿਸੇ ਨੇ ਕਬਰ ਵਿੱਚ ਦੱਬ ਦਿੱਤਾ, ਕਿਸੇ ਨੇ ਪਾਣੀ ਵਿੱਚ ਰੋੜ ਦਿੱਤਾ, ਤੇ ਫਿਰ ਭੁਗਤੇਗਾ ਕੌਣ? ਸੂਖਸ਼ਮ ਸਰੀਰ ਜਿਹਦਾ ਹਿੱਸਾ ਮਨ ਹੈ। ਯਾਦ ਰੱਖਣਾ, ਪੀੜ ਪ੍ਰਗਟ ਕਰਦਾ ਹੈ ਸਰੀਰ ਜਿਉਂਦੇ ਜੀ। ਕੋਈ ਸੂਈ ਚੋਬੇ ਤੇ ਪੀੜ ਹੁੰਦੀ ਹੈ, ਪਰ ਜਦੋਂ ਵਿੱਚੋਂ ਜੋਤ ਨਿਕਲ ਜਾਂਦੀ ਉਦੋਂ ਤੇ ਭਾਵੇਂ ਕੋਈ ਕੁਹਾੜਾ ਮਾਰ ਦੇਵੇ ਤਾਂ ਵੀ ਪੀੜ ਨਹੀਂ ਹੁੰਦੀ। ਇਹਦਾ ਮਤਲਬ ਹੈ ਪੀੜ ਮਹਿਸੂਸ ਕਰਨ ਵਾਲਾ ਕੋਈ ਹੋਰ ਸੀ। ਲੇਖਾ ਉਸ ਨੂੰ ਪੁੱਛਿਆ ਜਾਣਾ ਹੈ। ਤੇ ਗੁਰੂ ਸਾਹਿਬ ਉਹਦੀ ਗੱਲ ਕਰ ਰਹੇ ਨੇ। ਤਾਂ ਪਾਤਸ਼ਾਹ ਕਹਿ ਰਹੇ ਨੇ, ਪੂਰਬ ਲਿਖੇ ਕਾ ਲਿਖਿਆ ਪਾਈਏ, ਜੋ ਤੂੰ ਆਪਣਾ ਕਮਾਇਆ ਉਹੀ ਤੇਰਾ ਲੇਖ ਬਣਿਆ। ਮਨਾ, ਜੋ ਤੂੰ ਬੀਜਿਆ ਉਹੀ ਤੈਨੂੰ ਵੱਢਣਾ ਪੈਣਾ ਹੈ। ਇਸ ਸਰੀਰ ਰੂਪੀ ਖੇਤ ਵਿੱਚ ਜੋ ਤੂੰ ਕਰਮ ਰੂਪੀ ਬੀਜ ਬੀਜੇਗਾ, ਉਹ ਇੱਕ ਦਿਨ ਫਸਲ ਬਣ ਜਾਏਗੀ। ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ। ਇਸ ਵਾਸਤੇ ਗੁਰੂ ਕੋਲੋਂ ਬੀਜ ਮੰਗਣ ਲੱਗਿਆ ਧਿਆਨ ਕਰ, ਪਾਤਸ਼ਾਹ ਮੈਨੂੰ ਬੀਜ ਚੰਗਾ ਕਰਮਾਂ ਦਾ ਦੇ, ਤਾਂ ਕਿ ਫਲ ਭੈੜਾ ਨਾ ਹੋਵੇ। ਜੇ ਬੀਜ ਭੈੜਾ ਹੋਏਗਾ, ਫਲ ਕਿਵੇਂ ਚੰਗਾ ਹੋ ਜਾਏਗਾ? ਅੱਜ ਤੱਕ ਕਦੀ ਨਹੀਂ ਹੋਇਆ ਕਿਸੇ ਖੇਤ ਵਿੱਚ ਕਣਕ ਬੀਜੀ ਹੋਏ ਤੇ ਉੱਗੇ ਛੋਲੇ ਹੋਣ, ਜਾਂ ਕਿਸੇ ਨੇ ਛੋਲੇ ਬੀਜੇ ਹੋਣ ਤੇ ਉੱਗੇ ਜੌਂ, ਜਾਂ ਕਿਸੇ ਨੇ ਜੌਂ ਬੀਜੇ ਹੋਣ ਤੇ ਸਰੋਂ ਉੱਗ ਪਵੇ। ਐਸਾ ਕਦੀ ਨਹੀਂ ਹੋਇਆ ਕਿ ਕਿਸੇ ਨੇ ਬਾਸਮਤੀ ਬੀਜੀ ਹੋਵੇ ਤੇ ਦੂਸਰੀ ਮੋਟੇ ਚੌਲ ਪੀਆਰ ਉੱਗ ਪਵੇ। ਐਸਾ ਕਦੀ ਨਹੀਂ ਹੋਏਗਾ। ਖੇਤ ਸਰੀਰ ਜੋ ਬੀਜੀ ਐ ਸੋ ਅੰਤ ਖਲੋਆ ਆਏ। ਸਰੀਰ ਰੂਪੀ ਖੇਤ ਵਿੱਚ ਜੋ ਤੂੰ ਕਰਮ ਰੂਪੀ ਬੀਜ ਬੀਜੇਗਾ, ਤੇਰੇ ਸਾਹਮਣੇ ਫਲ ਬਣ ਕੇ ਆ ਜਾਏਗਾ। तो गुरु साहब कह रहे ने, महाराज कहते ने, पूर्व लिखे का लिखिया पाइए, जो तू पूर्वला अपना बीजिया उही लेख बने है। इस वास्ते मना हुण तू क्यों रोना है? बीजन लग्या तो बड़ा खुश हुंदा सी विकारां विच, बीजन लग्या तो विषय रस तू हस हस के भोगदा सी, शायद मैनू नहीं वड्डने पैणे। बाबा फरीद ने बड़े सुंदर बचन कहे, फरीदा लोड़ है दाख बिजोरियां किकर बीजा जट। सतगुरु कहने बिजोर देश दे दाखा मेवे चाहता है ते बीज दा किकर है ते किकरां ते सूलां लगदियां ने। ये वक्री गल है, गुलाब दा बीज बीजिए ते त्रीजे चौथे महीने फुल आ जाता है, किकर बीजिए तो कुछ सालों बाद सूलां लगदियां, लगणगियां सूलां ही। बाबा फरीद कहते ने बीज दा किकर है ते आंदा इहनूं फुल लगन कित्थों, मेवे लग जाण कित्थों लग जाणगे। तो गुरुदेव कहते ने पूर्व लिखे का लिखिया पाइए, जो तू पूर्वला बीजिया होया यही तेनू मिलेगा। मना हाँ जी, दुख सुख प्रभ देवनहार। सतगुरु सुचेत कर रहे ने, आखिया याद रखी, दुख भी उसने देने ने ते सुख भी उसने देने ने, मिलणगे तेरे कर्मां दे। उसने तेरा बीजिया तेरे हवाले करना है। जे तू बीजे ने दुख ते दुख मिल जाणगे, जे तू बीजे ने पुण्य ते सुख मिल जाणगे।
ਪਾਪ ਬੀਜ ਹੈ ਦੁੱਖਾਂ ਦਾ, ਪੁੰਨ ਬੀਜ ਹੈ ਸੁੱਖਾਂ ਦਾ। ਤੇ ਜਦੋਂ ਸਿੱਖ ਗੁਰੂ ਦੇ ਗਿਆਨ ਵਿੱਚ ਆ ਜਾਂਦਾ ਹੈ, ਫਿਰ ਪਾਪ ਵੀ ਪਾਰ ਕਰ ਜਾਂਦਾ ਹੈ, ਪੁੰਨ ਵੀ ਪਾਰ ਕਰ ਜਾਂਦਾ ਹੈ, ਫਿਰ ਸੁੱਖਾਂ ਤੋਂ ਵੀ ਉੱਠ ਜਾਂਦਾ ਹੈ, ਸੁੱਖ ਵੀ ਨਹੀਂ ਮੰਗਦਾ। ਇਸ ਤੋਂ ਵੀ ਉੱਤੇ ਸਤਿਗੁਰੂ ਪਹੁੰਚਾ ਦਿੰਦੇ ਨੇ। ਤਾਂ ਗੁਰਦੇਵ ਕਹਿ ਰਹੇ ਨੇ, ਦੁੱਖ ਸੁੱਖ ਪ੍ਰਭ ਦੇਵਨਹਾਰ। ਆਖਿਆ ਦੁੱਖ ਵੀ ਤੇ ਸੁੱਖ ਵੀ ਪਰਮਾਤਮਾ ਨੇ ਤੇਰੇ ਕੀਤੇ ਹੋਏ ਕਰਮਾਂ ਦਾ ਫਲ ਹੀ ਤੈਨੂੰ ਦੇਣਾ ਹੈ। ਇਸ ਵਾਸਤੇ ਕਿਉਂ ਨਾ ਤੂੰ ਬਾਕੀ ਕੁਝ ਛੱਡ ਕੇ ਉਹਨੂੰ ਚੇਤਾ ਕਰ। ਜੇ ਕਿਸੇ ਅਮੀਰ ਆਦਮੀ ਕੋਲ ਜਾ ਕੇ ਜ਼ਰੂਰ 10 ਰੁਪਏ ਮੰਗਣੇ ਨੇ, ਜੇਕਰ ਉਹ 1000 ਰੁਪਏ ਦੇ ਸਕਦਾ ਤੇ ਉਹਦੇ ਕੋਲੋਂ ਜ਼ਰੂਰ ਫਿਰ ਥੋੜਾ ਕੁਝ ਮੰਗਣਾ ਹੈ, ਜੇਕਰ ਉਹ ਬਹੁਤਾ ਕੁਝ ਦੇ ਸਕਦਾ। ਫਿਰ ਉਹਦੇ ਕੋਲ ਊਣਾ ਜ਼ਰੂਰ ਮੰਗਣਾ ਹੈ, ਜੇ ਉਹ ਪੂਰਾ ਦੇ ਸਕਦਾ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ, ਦੁੱਖ ਸੁੱਖ ਪ੍ਰਭ ਦੇਵਨਹਾਰ। ਆਖਿਆ ਦੁੱਖ ਤੇ ਸੁੱਖ ਉਹ ਦੇ ਸਕਦਾ ਹੈ। ਤੇ ਇਸ ਵਾਸਤੇ ਸਤਿਗੁਰੂ ਅਗਲੀ ਪੰਕਤੀ ਵਿੱਚ ਕੀ ਕਹਿ ਰਹੇ ਨੇ? ਅਵਰ ਤਿਆਗ ਤੂੰ ਤਿਸੈ ਚਿਤਾਰ। ਸਤਿਗੁਰੂ ਨੇ ਤਿਆਗ ਦੇ ਗੱਗੇ ਨੂੰ ਸਿਆਰੀ ਲਾਈਏ ਛੱਡ ਕੇ। ਮਹਾਰਾਜ ਕਹਿੰਦੇ ਬਾਕੀ ਸਭ ਕੁਝ ਛੱਡ ਕੇ ਉਸ ਦਾ ਚੇਤਾ ਕਰ। ਤੇ ਮਾਫ ਕਰਨਾ, ਜਿਹਨੂੰ ਰੱਬ ਚੇਤਾ ਹੋਏਗਾ ਉਹ ਪਾਪ ਕਰੇਗਾ? ਜਿਹਨੂੰ ਪਰਮਾਤਮਾ ਚੇਤਾ ਹੋਏਗਾ ਉਹ ਮਾੜਾ ਕੰਮ ਕਰੇਗਾ? ਚੇਤਾ ਹੀ ਨਹੀਂ, ਸੰਸਾਰ ਚੇਤਾ ਹੈ, ਮਰਨਾ ਵੀ ਨਹੀਂ ਚੇਤਾ ਤੇ ਰੱਬ ਵੀ ਨਹੀਂ ਚੇਤਾ। ਜਿਨ੍ਹਾਂ ਨੂੰ ਮੌਤ ਚੇਤਾ ਹੈ ਉਹਨਾਂ ਨੂੰ ਪਰਮਾਤਮਾ ਜ਼ਰੂਰ ਚੇਤਾ ਹੈ, ਇਹ ਪੱਕੀ ਗੱਲ ਹੈ। ਮੈਂ ਬੇਨਤੀ ਕਰ ਦੇਣਾ, ਜਿਨ੍ਹਾਂ ਨੂੰ ਮੌਤ ਦਾ ਚੇਤਾ ਹੁੰਦਾ ਉਹਨਾਂ ਨੂੰ ਰੱਬ ਦਾ ਮੌਤ ਦਾ ਡਰ ਨਹੀਂ ਹੁੰਦਾ, ਇਹ ਪੱਕੀ ਗੱਲ ਹੈ। ਸਾਨੂੰ ਮੌਤ ਚੇਤਾ ਨਹੀਂ, ਤਾਂ ਹੀ ਤੇ ਮੌਤ ਦਾ ਡਰ ਹੈ। ਜਿਨ੍ਹਾਂ ਨੂੰ ਮੌਤ ਦਾ ਚੇਤਾ ਹੈ ਉਹਨਾਂ ਨੂੰ ਮੌਤ ਦਾ ਡਰ ਨਹੀਂ, ਜਿਨ੍ਹਾਂ ਨੂੰ ਮੌਤ ਦਾ ਡਰ ਹੈ ਉਹਨਾਂ ਨੂੰ ਮੌਤ ਚੇਤਾ ਨਹੀਂ। ਇਹ ਨਿਯਮ ਹੈ, ਸਤਿਗੁਰੂ ਨੇ ਬਾਣੀ ਵਿੱਚ ਤਾਂ ਹੀ ਅੰਕਿਤ ਕੀਤਾ ਹੈ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਜੇ ਮੌਤ ਚੇਤਾ ਹੋਵੇ ਤੇ ਸਵਾਸ ਐਵੇਂ ਕਿਉਂ ਜਾਣ ਦਈਏ? ਜੇ ਮੌਤ ਚੇਤਾ ਹੋਵੇ ਤੇ ਫਿਰ ਗੁਰੂ ਦੀ ਮੱਤ ਤੋਂ ਬਗੈਰ ਕਦਮ ਹੀ ਕਿਉਂ ਚੁੱਕੀਏ? ਜੇ ਮੌਤ ਚੇਤਾ ਹੋਵੇ ਤੇ ਰੱਬ ਤੋਂ ਭੁੱਲ ਕੇ ਕਰਮ ਹੀ ਕਿਉਂ ਕਰੀਏ? ਚੇਤਾ ਨਹੀਂ। ਪਰਮੇਸ਼ਰ ਨਹੀਂ ਚੇਤਾ, ਬਾਕੀ ਸਭ ਕੁਝ ਚੇਤਾ, ਮੌਤ ਵੀ ਨਹੀਂ ਚੇਤਾ। ਜਿਨ੍ਹਾਂ ਨੂੰ ਕਾਲ ਚੇਤਾ ਹੈ, ਹਕੀਕਤ ਜਾਣਿਓ, ਉਹ ਅਕਾਲ ਵਿੱਚ ਪਹੁੰਚ ਜਾਂਦੇ ਨੇ। ਉਹ ਆਪਣਾ ਸਮਾਂ ਕਿਸੇ ਦੀ ਨਿੰਦਿਆ ਵਿੱਚ ਨਹੀਂ ਗਵਾਉਂਦੇ, ਉਹ ਆਪਣੇ ਜਨਮ ਦਿਨ ਨਹੀਂ ਮਨਾਉਂਦੇ, ਉਹ ਤੇ ਮਰਨ ਦਿਨ ਚੇਤਾ ਰੱਖਦੇ ਨੇ। ਇਹ ਨਿਸ਼ਾਨੀ ਹੋਏਗੀ ਜਿਸ ਨੂੰ ਮੌਤ ਚੇਤਾ ਹੈ। ਜਿੰਨਾ ਵੀ ਕੋਈ ਬੰਦਾ ਆਪਣੇ ਜਨਮ ਦਿਨ ਬਹੁਤਾ ਮਨਾ ਰਿਹਾ, ਦਾ ਮਤਲਬ ਉਹਨੂੰ ਮਰਨ ਦਿਨ ਚੇਤਾ ਨਹੀਂ। ਉਹ ਤੇ ਇਸ ਫਿਕਰ ਵਿੱਚ ਜਿਉਂਦਾ, ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰਨਾ, ਸੰਗ ਚਲਤ ਹੈ ਹਮ ਪੀ ਚਲਨਾ। ਉਹ ਤੇ ਦਿਨ ਪਰ ਦਿਨ ਇਸ ਗੱਲ ਨੂੰ ਸੋਚਦਾ, ਪਾਤਸ਼ਾਹ ਇੰਨੇ ਦਿਨ ਨਿਕਲ ਗਏ, ਇੰਨੇ ਸਾਲ ਨਿਕਲ ਗਏ। ਉਹ ਰੋਜ਼ ਆਪਣੇ ਸਰੀਰ ਨੂੰ ਇੱਕ ਵਾਰੀ ਜ਼ਰੂਰ ਹਿਲਾਉਣਾ ਦਿੰਦਾ ਗੁਰੂ ਅਮਰਦਾਸ ਸਾਹਿਬ ਦੇ ਬੋਲ ਨਾਲ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਜੇਕਰ ਹਰੀ ਮਨ ਵਿੱਚ ਨਹੀਂ ਵਸਿਆ ਫਿਰ ਤੂੰ ਕੁਝ ਵੀ ਨਹੀਂ ਕਮਾਇਆ। ਹਾਲੀ ਮਤੇ ਸਮਝੇ ਮੈਂ ਕੁਝ ਕਮਾ ਲਿਆ ਹੈ। ਜੇ ਹਰੀ ਤੇਰੀ ਸੁਰਤ ਵਿੱਚ ਨਹੀਂ ਵਸਿਆ ਫਿਰ ਹਾਲੀ ਤੱਕ ਤੂੰ ਉਹ ਨਹੀਂ ਕਮਾਇਆ ਜਿਸ ਵਾਸਤੇ ਆਇਆ ਸੈਂ। ਪਾਤਸ਼ਾਹ ਕਹਿ ਰਹੇ ਨੇ ਅਗਲੀਆਂ ਪੰਕਤੀਆਂ ਵਿੱਚ, ਬਖਸ਼ਿਸ਼ ਕਰਨਗੇ। ਅਵਰ ਤਿਆਗ ਤੂੰ ਤਿਸੈ ਚਿਤਾਰ, ਉਹਨੂੰ ਚੇਤਾ ਕਰ, ਬਾਰੰਬਾਰ ਉਸ ਨੂੰ ਚੇਤਾ ਕਰ, ਤੇਰੀ ਜ਼ਿੰਦਗੀ ਸੁੱਖਾਂ ਨਾਲ ਭਰ ਜਾਏਗੀ।
ਤੇਰੀ ਜ਼ਿੰਦਗੀ ਖੇੜੇ ਨਾਲ ਭਰ ਜਾਏਗੀ, ਆਨੰਦ ਨਾਲ ਭਰ ਜਾਏਗੀ ਜੇ ਤੂੰ ਉਹਨੂੰ ਚੇਤਾ ਕਰੇਗਾ। ਤੂੰ ਬਾਰ-ਬਾਰ ਸੰਸਾਰ ਨੂੰ ਚੇਤਾ ਕਰ ਰਿਹਾ, ਇਸ ਕਰਕੇ ਤੇ ਦੁਖੀ ਹੋ ਰਿਹਾ। ਕਿਉਂਕਿ ਨਾਨਕ ਦੁਖੀਆ ਸਭ ਸੰਸਾਰ, ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ। ਬਾਬਾ ਬਿਖ ਦੇਖਿਆ ਸੰਸਾਰ, ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨਾ। ਸੰਸਾਰ ਵਿੱਚ ਰਹਿੰਦਿਆਂ ਹੋਇਆਂ ਨਿਰੰਕਾਰ ਨੂੰ ਚੇਤਾ ਕਰ। ਰਹੋ ਸੰਸਾਰ ਵਿੱਚ, ਪਰ ਸੰਸਾਰ ਨੂੰ ਚੇਤਾ ਨਾ ਕਰੀਂ। ਸੰਸਾਰ ਵਿੱਚ ਰਹਿੰਦਿਆਂ ਹੋਇਆਂ ਨਿਰੰਕਾਰ ਨੂੰ ਚੇਤਾ ਕਰ, ਤੇਰਾ ਜੀਵਨ ਸੁਖੀ ਹੋਏਗਾ। ਸੰਸਾਰ ਵਿੱਚ ਰਹਿੰਦਿਆਂ ਜੇ ਤੂੰ ਨਿਰੰਕਾਰ ਨੂੰ ਭੁੱਲ ਗਿਆ, ਤੇਰਾ ਜੀਵਨ ਸੁਖੀ ਨਹੀਂ ਹੋਏਗਾ, ਜਿੱਥੇ ਮਰਜ਼ੀ ਭੱਜ ਲੈ। तो गुरु साहब कहते अवर त्याग तो तिसै चितार, ਉਹਦਾ ਚੇਤਾ ਕਰ। ਹਾਂਜੀ, ਜੋ ਕਛ ਕਰੈ ਸੋਈ ਸੁਖ ਮਾਨ। ਗੁਰੂ ਸਾਹਿਬ ਕਹਿੰਦੇ ਜੋ ਪਰਮੇਸ਼ਰ ਕਰ ਰਿਹਾ ਉਸ ਨੂੰ ਸੁਖ ਮੰਨ। ਮੈਂ ਬੇਨਤੀ ਕਰਾਂ, ਸਤਿਗੁਰ ਦਾ ਕਹਿਣ ਦਾ ਭਾਵ ਇਹ ਹੈ ਵੀ ਜੇਕਰ ਤੂੰ ਦੁੱਖ ਨੂੰ ਆਪਣੀ ਕ੍ਰਿਤ ਮੰਨੇਗਾ, ਆਪਣਾ ਕਰਮ ਮੰਨੇਗਾ, ਅੱਗੋਂ ਤੂੰ ਮਾੜੇ ਕਰਮਾਂ ਤੋਂ ਸੁਚੇਤ ਹੋ ਜਾਏਗਾ ਤੇ ਪਿਛਲੇ ਤੇਰੀ ਪ੍ਰਾਰਬਧ ਕਰਕੇ ਭੋਗ ਕਰਕੇ ਨਿਕਲ ਜਾਣਗੇ, ਫਿਰ ਤੂੰ ਸੁਖੀ ਸੁਖੀ। ਪਿਛਲੇ ਗੁਰੂ ਕੱਟ ਦੇਗਾ, ਅੱਗੋਂ ਤੂੰ ਸੁਚੇਤ ਹੋ ਜਾਏਗਾ। ਤੇਰੇ ਤੇ ਬਖਸ਼ਿਸ਼ ਹੋ ਜਾਏਗੀ। ਕਿਉਂ? ਜਦੋਂ ਪਤਾ ਹੋਵੇ ਵੀ ਮੇਰੀ ਆਪਣੀ ਗਲਤੀ ਦਾ ਫਲ ਹੈ, ਫਿਰ ਕਿਤੇ ਦੋਸ਼ ਦੇਗਾ। ਫਿਰ ਤੇ ਇਹੀ ਅਰਦਾਸ ਕਰਨੀ ਪਏਗੀ ਨਾ ਵੀ ਬਖਸ਼ ਲੈ, ਫਿਰ ਗਿਲਾ ਥੋੜੇ ਰਹਿ ਜਾਏਗਾ। ਫਿਰ ਤਾਂ ਕੇਵਲ ਇਹੀ ਅਰਦਾਸ ਰਹੇਗੀ ਕਿ ਪਾਤਸ਼ਾਹ ਮੇਰਾ ਆਪਣਾ ਕਰਮ ਹੈ, ਮੈਂ ਗਲਤ ਹੈ, ਮੈਨੂੰ ਪਤਾ ਨਹੀਂ ਸੀ ਕਿ ਮੇਰੇ ਸਾਹਮਣੇ ਫਲ ਬਣ ਕੇ ਆਉਣਗੇ, ਇਸ ਵਾਸਤੇ ਮਾਫ ਕਰ ਦੇ। ਤੇ ਉਹ ਦਿਆਲੂ ਹੈ, ਕਿਰਪਾਲੂ ਹੈ, ਉਸਨੇ ਵੱਡਿਆਂ ਨੂੰ ਮਾਫ ਕਰ ਦਿੱਤਾ, ਵੱਡੇ ਅਪਰਾਧੀਆਂ ਨੂੰ ਮਾਫ ਕਰ ਦਿੱਤਾ। ਪਰ ਜਦੋਂ ਤੂੰ ਇਹ ਅਰਦਾਸ ਕਰੇ, ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ, ਤਾਂ ਗੁਰੂ ਸਾਹਿਬ ਕਹਿੰਦੇ ਨੇ, ਮਹਾਰਾਜ ਕਹਿੰਦੇ ਜੋ ਕਿਛ ਕਰੈ ਸੋਈ ਸੁਖ ਮਾਨ। ਜਦੋਂ ਤੂੰ ਉਹਦੇ ਵਿੱਚ ਵੀ ਸੁਖ ਮਨਾਏਗਾ, ਉਹ ਆਪੇ ਸੁੱਖਾਂ ਨਾਲ ਤੈਨੂੰ ਭਰ ਦੇਗਾ। ਕਿ ਮਹਾਰਾਜ ਮੈਂ ਆਪਣਾ ਕੀਤਾ ਹੋਇਆ ਪਾ ਰਿਹਾ ਵਾਂ, ਮੇਰੇ ਤੇ ਕਿਰਪਾ ਕਰ, ਮੈਨੂੰ ਮਾਫ ਕਰ ਦੇ, ਮੈਨੂੰ ਅੱਗੋਂ ਬਖਸ਼ ਲੈ। ਤੇ ਗੁਰਦੇਵ ਅਗਲੀ ਪੰਕਤੀ ਅੰਦਰ ਬਖਸ਼ਿਸ਼ ਕਰ ਰਹੇ ਨੇ। ਭੂਲਾ ਕਾਹੇ ਫਿਰੇ ਅਜਾਣ। ਅਜਾਨ ਕਹਿੰਦੇ ਨੇ ਜਿਸ ਨੇ ਜਾਣਿਆ ਨਹੀਂ। ਅਜਾਨ ਦਾ ਮਤਲਬ ਹੈ ਜਿਹਨੇ ਜਾਣੀ ਨਹੀਂ ਗੱਲ, ਸਮਝੀ ਨਹੀਂ। ਤੇ ਜਾਣਿਆ ਕੀ ਨਹੀਂ? ਜਿਸ ਨੂੰ ਜਾਣਨਾ ਸੀ ਉਹ ਨਹੀਂ ਜਾਣਿਆ। ਗੁਰੂ ਸਾਹਿਬ ਬਾਣੀ ਅੰਦਰ ਬਖਸ਼ਿਸ਼ ਕਰਦੇ ਨੇ, ਸੋਈ ਅਜਾਨ ਕਹੈ ਮੈਂ ਜਾਨਾ, ਜਾਣਨ ਹਾਰ ਨਾ ਛਾਨਾ ਰੇ। ਗੁਰਦੇਵ ਕਹਿੰਦੇ ਜਿਹਨੂੰ ਜ਼ਿੰਦਗੀ ਦੀ ਸਮਝ ਆ ਗਈ, ਉਹ ਕਹਿੰਦਾ ਮੈਂ ਕੋਈ ਜਾਣਦਾ ਹੀ ਨਹੀਂ, ਮੈਂ ਨਹੀਂ ਕੁਝ ਜਾਣਦਾ। ਕਿਉਂ? ਹੁਣ ਆਪਣੀ ਮਾਤੀ ਭੁੱਲ ਗਈ ਹੈ, ਬਸ ਆਪਣੀ ਤੇ ਹੁਣ ਕੋਈ ਸੋਚ, ਕੋਈ ਵਿਚਾਰ ਰਹੀ ਨਹੀਂ। ਗੁਰੂ ਦੀ ਸੋਚ ਵਿਚਾਰ ਹੈ, ਤੇ ਗੁਰੂ ਦੀ ਸੋਚ ਵਿਚਾਰ ਨੂੰ ਕੌਣ ਜਾਣ ਸਕਦਾ ਹੈ? ਕੇਵਲ ਤੇ ਕੇਵਲ ਭੁੱਲਾ ਕਾਹੇ ਫਿਰੇ ਅਜਾਨ। ਮਹਾਰਾਜ ਕਹਿੰਦੇ ਕਿਉਂ ਤੂੰ ਭੁੱਲਿਆ ਫਿਰਦਾ ਹੈ? ਅਜਾਨ ਸੀ ਤਾਂ ਹੀ ਤੇ ਸਮਝਦਾ ਸੀ ਜੋ ਮੈਂ ਕਰ ਰਿਹਾ ਮੈਨੂੰ ਥੋੜੀ ਭੁਗਤਣਾ ਪੈਣਾ ਹੈ। ਅਜਾਨ ਸੀ ਤੇ ਆਂਦਾ ਸੀ ਨਾ ਵੀ ਮੈਂ ਤੇ ਕਰ ਰਿਹਾ, ਮੌਜਾਂ ਲੈ ਰਿਹਾ ਵਾਂ, ਇਹ ਜੱਗ ਮਿੱਠਾ ਅਗਲਾ ਕਿਹਨ ਡਿੱਠਾ, ਖਾਓ ਪੀਓ ਮੌਜ ਕਰੋ। ਇਹੀ ਸੀ ਨਾ ਅਜਾਨਪੁਣਾ, ਹੋਰ ਕੀ ਅਜਾਨ ਹੈ? ਅੱਜ ਨੌਜਵਾਨ ਬੱਚਿਆਂ ਨੂੰ ਕੁਝ ਕਹਿ ਦਈਏ ਵੀ ਤੁਸੀਂ ਰੱਬ ਨਾਲ ਜੁੜ ਜਾਓ, ਇਹ ਮੁਸ਼ਕਲ ਹੋ ਜਾਏਗੀ, ਤੁਹਾਡੀ ਲਾਈਫ ਵਿੱਚ ਮੁਸ਼ਕਲਾਂ ਬਣ ਕੇ ਆਏਗੀ, ਉਹ ਕਹਿੰਦੇ ਨਹੀਂ, ਸਾਨੂੰ ਇਹ ਐਵੇਂ ਕਹਿ ਰਿਹਾ ਹੈ, ਤੇ ਅਜਾਨ ਹੈ ਨਾ, ਨਹੀਂ ਜਾਣਦਾ। ਮੈਂ ਬੇਨਤੀ ਕਰਦਾ, ਤੇ ਜਦੋਂ ਬੰਦਾ ਅਜਾਨ ਹੁੰਦਾ ਹੈ, ਇਹ ਸਮਝਦਾ ਵੀ ਮੈਂ ਜਾਣਦਾ ਨਹੀਂ, ਸਮਝਦਾ ਹੀ ਨਹੀਂ, ਤੇ ਜਦੋਂ ਫਿਰ ਉਹ ਕਰਮ ਫਲ ਬਣਦਾ ਹੈ ਤੇ ਫਿਰ ਪਛਤਾਵਾ ਤੇ ਹੋਏਗਾ ਹੀ ਹੋਏਗਾ। ਤੇ ਗੁਰੂ ਸਾਹਿਬ ਕਹਿੰਦੇ ਨੇ ਜੋ ਕੁਝ ਹੁਣ ਕਰ ਰਿਹਾ ਪਰਮੇਸ਼ਰ, ਉਹ ਤੇਰਾ ਆਪਣਾ ਕੀਤਾ ਬੀਜ ਸੀ, ਇਸ ਵਾਸਤੇ ਤੂੰ ਹੁਣ ਭੁੱਲਿਆ ਕਿਉਂ ਫਿਰਦਾ? ਹੁਣ ਮਾਫੀ ਮੰਗਿਆ ਕਰ, ਬਸ, ਹੋਰ ਕੋਈ ਕੰਮ ਨਹੀਂ।
ਹੁਣ ਤੂੰ ਕਹੇ ਮੇਰਾ ਇਹਦਾ ਛੁਟਕਾਰਾ, ਪਰਮੇਸ਼ਰ ਹੀ ਹੈ, ਲਕੀਰ ਮਾਰ ਦੇਵੇ, ਹੋਰ ਕੌਣ ਵਿੱਚ ਕਰੇ? ਹੋਰ ਤੇਰਾ ਕੌਣ ਵਿਚੋਲਾ ਬਣੇਗਾ ਹੁਣ? ਤਾਂ ਗੁਰੂ ਸਾਹਿਬ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਭੁੱਲਾ ਕਾਹੇ, ਭੁੱਲਿਆ ਦਾ ਮਤਲਬ ਹੈ ਗਵਾਚਾ ਹੋਇਆ। ਤੇ ਅਜਾਨ ਉਹ ਕਹਿੰਦੇ ਨੇ ਜਿਹੜਾ ਜਾਣਦਾ ਨਹੀਂ ਭੁੱਲ ਗਿਆ। ਤੇ ਕਿੰਨਾ ਚਿਰ ਹੋ ਗਿਆ ਮੈਨੂੰ ਤੁਹਾਨੂੰ ਭੁੱਲਿਆ ਨੂੰ? ਤਕਰੀਬਨ 60 ਸਾਲ ਦੀ ਉਮਰ ਮੇਰੀ ਵੀ ਹੋ ਚੱਲੀ ਹੈ, ਭੁੱਲੇ ਹੀ ਹੋਇਆ, ਹੋਰ ਕੀ ਹੈ। ਜੇ ਭੁੱਲੇ ਨਾ ਹੁੰਦੇ ਤੇ ਗੁਰੂ ਦਾ ਪੱਲਾ ਛੱਡਦੇ ਹੀ ਕਿਉਂ, ਗੁਰੂ ਦੀ ਮੱਤ ਛੱਡਦੇ ਹੀ ਕਿਉਂ? ਮੈਂ ਬੇਨਤੀ ਕਰਦਾ, ਸਤਿਗੁਰੂ ਕਿਤੇ ਤਰਸ ਕਰ ਦੇਣ, ਰਹਿਮਤ ਕਰ ਦੇਣ, ਕਿਰਪਾਲਤਾ ਕਰ ਦੇਣ। ਅਸੀਂ ਭੁੱਲੇ ਹੋਏ ਹਾਂ। ਯਾਦ ਰੱਖਣਾ, ਭੁੱਲੇ ਵੀ ਨਹੀਂ, ਭਟਕੇ ਹੋਏ ਹਾਂ। ਭਟਕੇ ਵੀ ਨਹੀਂ ਤੇ ਅਟਕੇ ਹੋਏ ਹਾਂ। ਭੁੱਲ ਇੰਨੀ ਵੱਧ ਚੁੱਕੀ ਹੈ। ਕੁਝ ਭੁੱਲੇ ਨੇ, ਕੁਝ ਭਟਕੇ ਨੇ, ਕੁਝ ਅਟਕੇ ਨੇ। ਜਿਉਂ-ਜਿਉਂ ਭੁੱਲ ਵੱਧਦੀ ਹੈ ਤਿਉਂ-ਤਿਉਂ ਭਟਕਣਾ ਵੱਧਦੀ ਹੈ। ਜਿਉਂ-ਜਿਉਂ ਭੁੱਲਣਾ ਵੱਧਦਾ ਤਿਉਂ-ਤਿਉਂ ਰੁਲਣਾ ਵੱਧਦਾ ਹੈ। ਜਿਹੜੇ ਭੁੱਲ ਗਏ ਉਹ ਰੁਲ ਗਏ। ਜਿਹੜੇ ਗੁਰੂ ਤੋਂ ਭੁੱਲ ਗਏ ਨੇ ਉਹ ਰੁਲਦੇ ਹੀ ਵੇਖੇ ਨੇ ਸੰਸਾਰ ਵਿੱਚ। ਜਿਹੜੇ ਪਰਮਾਤਮਾ ਤੋਂ ਭੁੱਲਦੇ ਨੇ ਉਹ ਰੁਲਦੇ ਹੀ ਨੇ। ਗੁਰਦੇਵ ਕਹਿੰਦੇ ਨੇ ਉਹ ਖੁਆਰ ਹੀ ਹੁੰਦੇ ਨੇ ਜਿਹੜੇ ਗੁਰੂ ਤੋਂ ਭੁੱਲ ਗਏ ਨੇ, ਜਿਹੜੇ ਪਰਮਾਤਮਾ ਤੋਂ ਭੁੱਲ ਗਏ ਨੇ। ਉਹਨਾਂ ਨੇ ਰੁਲਣਾ ਹੀ ਰੁਲਣਾ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ ਭੂਲਾ ਕਾਹੇ ਫਿਰੇ ਅਜਾਨ। ਤੇ ਅਗਲੀ ਪੰਕਤੀ ਅੰਦਰ ਸਤਿਗੁਰੂ ਮੈਨੂੰ ਤੁਹਾਨੂੰ ਬਖਸ਼ਿਸ਼ ਕਰ ਰਹੇ। ਕੌਣ ਬਸਤ ਆਈ ਤੇਰੇ ਸੰਗ। ਸਤਿਗੁਰੂ ਨੇ ਇੱਕ ਬੜੀ ਬਖਸ਼ਿਸ਼ ਕਰਕੇ ਸਵਾਲ ਪੈਦਾ ਕੀਤਾ ਹੈ। ਕੌਣ ਬਸਤ ਆਈ ਤੇਰਾ ਸੰਗ। ਸਤਿਗੁਰੂ ਕਹਿੰਦੇ ਨੇ ਜਰਾ ਧਿਆਨ ਮਾਰ, ਜਦੋਂ ਤੂੰ ਆਇਆ ਸੈਂ ਸੰਸਾਰ ਤੇ ਤੇਰੇ ਨਾਲ ਕੀ ਵਸਤੂ ਆਈ ਸੀ। ਜਦੋਂ ਤੂੰ ਆਇਆ ਸੈਂ ਤੇ ਮਾਫ ਕਰਨਾ, ਕਈ ਵਾਰੀ ਬੰਦਾ ਕਹਿ ਦਿੰਦਾ ਵੀ ਸੰਸਾਰ ਤੇ ਨਾ ਕੋਈ ਕੁਝ ਲੈ ਕੇ ਆਇਆ ਤੇ ਨਾ ਕੋਈ ਕੁਝ ਲੈ ਕੇ ਜਾਏਗਾ। ਆਮ ਤੌਰ ਤੇ ਇਹ ਸਭ ਤੋਂ ਵੱਡੀ ਗਲਤਫਹਿਮੀ ਹੈ। ਸੰਸਾਰ ਤੇ ਬੰਦਾ ਉਹ ਵਸਤੂ ਲੈ ਕੇ ਆਇਆ ਜਿਹੜੀ ਕਰੋੜਾਂ ਰੁਪਏ ਨਾਲ ਨਹੀਂ ਮਿਲਦੀ। ਪਹਿਲਾ ਸਰੀਰ ਤੇ ਦੂਜਾ ਸਵਾਸ। ਸਰੀਰ ਮਿਲਦਾ ਕਿਧਰੋਂ? ਕਰੋੜ ਰੁਪਏ ਨਾਲ ਇੱਕ ਉਂਗਲ ਮਿਲ ਸਕਦੀ ਹੈ। ਇੱਕ ਸਵਾਸ ਮਿਲ ਸਕਦਾ ਕਰੋੜਾਂ ਰੁਪਏ ਨਾਲ? ਸਤਿਗੁਰੂ ਨੇ ਬਾਣੀ ਚ ਆਖਿਆ ਗੁਰਮੁਖ ਲਾਹ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਦੇਵ ਕਹਿੰਦੇ ਇਸੇ ਸੰਸਾਰ ਵਿੱਚ ਆ ਕੇ ਗੁਰਮੁਖ ਸਭ ਕੁਝ ਖੱਟ ਕੇ ਜਾਂਦੇ ਨੇ, ਮਨਮੁਖ ਸਭ ਕੁਝ ਮੂਲ ਵੀ ਗਵਾ ਜਾਂਦੇ ਨੇ। ਮਨਮੁਖ ਮੂਲ ਵੀ ਆਪਣਾ ਗਵਾ ਜਾਂਦੇ ਨੇ ਤੇ ਗੁਰਮੁਖ ਲਾਹ ਲੈ ਗਏ। ਗੁਰਮੁਖ ਸਵਾਸ ਸਫਲ ਕਰਕੇ ਜਾਂਦੇ ਨੇ, ਜ਼ਿੰਦਗੀ ਸਫਲ ਕਰਕੇ ਜਾਂਦੇ ਨੇ ਤੇ ਮਨਮੁਖ ਸਵਾਸ ਵੀ ਗਵਾ ਜਾਂਦੇ ਨੇ। तो गुरु साहब कह रहे ने कौन बस्त आई तेरा संग। सतगुरु कहते तू संसार ते आया से, ये संसार तेरे नाल नहीं सी आया। अमोलक शरीर आया सी ते जब सवास आए सन ते परमेश्वर दी जोत आई सी, इन्हां तिन्नां नूं नहीं तू संभालिया। शरीर नूं विकारां विच ला दिता ते माफ करना सवासां नूं अजाई गवा दिता ते जोत नूं जाणिया ही नहीं। जब लग जोत काया में बरता आपा पशु न बूझै। ते गुरु साहब कहते फिर तू हुण करेंगा की। कौन बस्त आई तेरा संग। संसार ते तेरे नाल नहीं सी आया, जिहदे नाल तू हुण लगा ये तेरे नाल नहीं सी आया। तो गुरुदेव ने बख्शिश की, रहमत की, कृपालता की ते महाराज कहते ने याद रखी जदों जाएगा तां भी होर कोई तेरे नाल नहीं जाएगा। किहड़ी वस्तु तेरे नाल आई सी संसार दी। कोई पुत्र तेरे नाल आया सी कि धी आई सी कि स्त्री आई सी कि मां आई सी कि प्यो आया सी कि कोठी आई सी कि कार आई सी कि कोई बंगला आया सी कि कोई जमीन आई सी कि कोई शोरूम आया सी कि कोई फैक्ट्री आई सी। कौन वस्त आई तेरा संग। केड़ी वस्तु तेरे नाल आई सी।
गुरुदेव ने सवाल किया, इंटेरोगेटिव साइन पंक्ति है। महाराज पूछ रहे ने, कौन वस्तु आई तेरे नाल, केड़ी वस्तु आई दस। कोई ना किसी संग काहे गर्बिया, एक नाम आधार भवजल तरबिया। मैं गरीब सच टेक तू, मेरे सतगुर पूरे, देख तुम्हारा दर्शनो मेरा मन तीरे। तू इत्थे खलोना सी, तू इत्थे निश्चय करना सी, कौन वस्तु आई है तेरे नाल दस। गुरु साहब अगली पंक्ति अंदर बख्शिश कर रहे हैं, लपट रहे हो रस लोभी पतंग। गुरुदेव कह रहे ने, महाराज कहने ने, तू लोभी पतंगे वांगर। माफ करना, पतंगे ने दीवे नाल प्यार किया, दीवे ने बिल्कुल पतंगे नाल प्यार नहीं जे कीता। पतंगा दीवे तक गया, सड़ के भी मर गया, कदी दीवा नहीं बुझिया, अफसोस में वही पतंगा मर गया, मेरे को आया से। गुरुदेव कह रहे, मच्छी ने पानी नाल प्यार किया, पानी ने बिल्कुल मच्छी नाल प्यार नहीं किया। सतगुरु गुरु ग्रंथ साहब जी की मिसाल है, पातशाह बख्शिश करते हैं, कहते ने मच्छी पानी विच रहिंदी सी, किसे खाण वाले ने मच्छी पानी विचों पकड़ी, घर जाके टोटे टोटे कीती, ते फिर उसने रिन्न के खाधा भी। खंड खंड कर भोजन कीनो, तऊ ना बिसरियो पानी। फिर भी खाण वाले नूं प्यास लगी, इन्ना प्यार कर दिए पानी नाल। मीन पकड़ का फांक्यो और काटियो, रांद कियो बहुबानी। खंड खंड कर भोजन कीनो, तऊ ना बिसरियो पानी। फिर भी पानी का विछोड़ा नहीं सहंदी, फिर भी खाण वाले नूं प्यास लगी, इन्ना पानी नाल प्यार कर दी मच्छी। पर की जिस तलाब विचों मच्छी पकड़ी गई है, कभी तलाब भी मगरों सुक्का भी वियोग विच मच्छी मुझ को फड़ के लै गया। मैं बेनती कर देना चाहना, याद रखना, मच्छी ने पानी नाल प्यार किया है, तलाब ने पानी ने मच्छी नाल प्यार नहीं किया। दीवे नाल पतंगे ने प्यार किया है, याद रखना, पतंगे ने बिल्कुल दीवे नाल प्यार नहीं किया। जीव ने संसार नाल प्यार किया, संसार ने बिल्कुल जीव नाल प्यार नहीं किया। जिद्दन जीव गुरु नाल प्यार करेगा, गुरु इहदे नाल जाएगा, गुरु इस दे नाल जाएगा। गुर मेरा संग सदा है नाले, सिमर सिमर ते सदा समान। तो गुरु अर्जुन साहब पातशाह जी मैनू तुहानू दृढ़ करा रहे ने, कौन वस्त आई तेरा संग, लपट रहे हो रस लोभी पतंग। गुरुदेव कहते, तू ते केवल लोभी पतंगे वांगर संसार दे रस नू चूस रहा है, संसार तेरा कदी भी नहीं बनेगा। भावें जो मर्जी कर लै संसार वास्ते, पहली गल ते वे जिउंदियां जी रिजल्ट तेरे सामने आ जाएंगे। जिन्ना वास्ते बच्चियां वास्ते तू सारी उम्र ढो रहा है भार, जदों बच्चे जवान होंदे ने, बापू चुप करके बह जा, साडी जिंदगी दखल ना दे। ये साडी लाइफ है, ते रब ना कराए गिरे बापू हो जाए बीमार, फिर मंजी बाहरली ड्यूटी तो भी बाहर लोग डांदे ने।